ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੈ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੂ। ਹੈ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁਖ ਹਰੋ। ਹੈ ਸ਼ਰਨ ਜੋਗ ਦਇਆਲੇ ਦੀਨਾਨਾਥ ਮਾਇਆ ਕਰੋ। ਸ਼ਰੀਰ ਸਵਸਤ ਖੀਣ ਸਮੈ ਸਿਮਰੰਤ ਨਾਨਕ। ਰਾਮ ਦਾਮੋਦਰ ਮਾਧਵੈ। ਗੁਰੂ ਰੂਪ ਸਾਧ ਸੰਗਤ ਜੀਓ, ਕੁਝ ਸਮਾਂ ਗੁਰਬਾਣੀ ਵਿਚਾਰ ਆਪ ਜੀ ਦੇ ਸਨਮੁਖ ਭੇਟ ਕਰ ਸਕਾਂ, ਉਸ ਤੋਂ ਪਹਿਲੇ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਨਿਮਰ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਹੈ, ਜਿਸ ਵਿੱਚ ਬਹੁਤ ਸਾਰੇ ਜੀਵ ਜੰਤੂਆਂ ਦਾ ਜ਼ਿਕਰ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਦੀਆਂ ਆਖਰੀ 4 ਪੰਕਤੀਆਂ ਨੇ। ਬੰਸ ਕੋ ਪੂਤ ਬਿਆਹਨ ਚਲਿਆ ਸੋਨੇ ਮੰਡਪ ਛਾਏ। ਰੂਪ ਕੰਨਿਆ ਸੁੰਦਰ ਬੇਧੀ ਸੱਸੇ ਸਿੰਘ ਗੁਣ ਗਾਏ। ਕਹਿਤ ਕਬੀਰ ਸੁਨੋ ਰੇ ਸੰਤੋ ਕੀਟੀ ਪਰਬਤ ਖਾਇਆ। ਕਛੂਆ ਕਹੇ ਅੰਗਾਰ ਪੀ ਲੋਰੋਂ ਲੂਕੀ ਸ਼ਬਦ ਸੁਨਾਇਆ। ਇਸ ਪਾਵਨ ਸ਼ਬਦ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਇੱਕ ਲੂਕੀ ਜੀਵ ਦਾ ਜ਼ਿਕਰ ਕੀਤਾ ਹੈ। ਲੂਕੀ ਇੱਕ ਐਸਾ ਜੀਵ ਹੈ, ਜੈਸੇ ਮੱਛਰ ਹੁੰਦੇ ਨੇ। ਇੱਕ ਮੱਛਰਾਂ ਦੀ ਇੱਕ ਵੱਖਰੀ ਪ੍ਰਜਾਤੀ ਹੈ, ਪਰ ਹੁੰਦਾ ਮੱਛਰ ਦੀ ਤਰ੍ਹਾਂ ਹੀ ਹੈ। ਬਹੁਤ ਛੋਟਾ ਜੀਵ ਹੈ, ਬਹੁਤ ਛੋਟਾ। ਕਾਲੇ ਰੰਗ ਦਾ ਇਹ ਮੱਛਰ ਰਾਈ ਦੇ ਦਾਣੇ ਜਿਤਨਾ ਹੁੰਦਾ ਹੈ, ਸਿਰਫ ਰਾਈ ਦੇ ਦਾਣੇ ਜਿਤਨਾ। ਇਸ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਨਾਮਾਂ ਤੋਂ ਲੋਕ ਜਾਣਦੇ ਹਨ। ਜੈਸੇ ਮਹਾਨ ਕੋਸ਼ ਨੇ ਇਸ ਦੇ ਅਰਥ, ਲੂਕੀ ਦੇ ਅਰਥ ਚੁਆਤੀ ਵੀ ਕੀਤੇ ਨੇ, ਅੱਗ ਵੀ ਕੀਤੇ ਨੇ। ਜੈਸੇ ਪੰਕਤੀਆਂ ਹਨ, ਜੂੰ ਜਨ ਚੰਦਰਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੂਕੀ ਜਾਰੇ। ਆਪਣਾ ਕਰ ਆਪ ਹੀ ਲੂਕੀ ਅੱਗ ਲਾ ਕੇ ਜਾਰੇ ਸਾੜ ਦਿੱਤਾ। ਨਿੰਦਕ ਸਾਕਤ ਖਵ ਨ ਸਕੇ ਤਿਲ ਆਪਣੇ ਕਰ ਲੂਕੀ ਲਾਈ। ਆਪਣੇ ਘਰ ਲੂਕੀ ਲਾਈ, ਅੱਗ ਲਾਈ, ਚੁਆਤੀ ਲਾ ਦਿੱਤੀ ਹੈ। ਲੇਕਿਨ ਇੱਥੇ ਜੋ ਲੂਕੀ ਦੇ ਅਰਥ ਨੇ, ਉਹ ਹੈ ਇੱਕ ਬਾਰੀਕ ਮੱਛਰ, ਜਿਸ ਨੂੰ ਕੁੱਤਰੀ ਵੀ ਕਹਿੰਦੇ ਹਨ। ਕੁੱਤਰੀ
ਪੰਜਾਬ ਦੇ ਵਿੱਚ ਇਸ ਨੂੰ ਕੁੱਤੜੀ ਵੀ ਕਹਿੰਦੇ ਨੇ, ਅੜਾੜੇ ਦੇ ਨਾਲ ਕੁੱਤੜੀ, ਕੁੱਤੜੀ ਸ਼ਬਦ। ਇੱਕ ਕਹਾਵਤ ਵੀ ਬੋਲੀ ਜਾਂਦੀ ਹੈ ਪੰਜਾਬ ਦੇ ਵਿੱਚ, ਕੋਈ ਬੱਚਾ ਅਗਰ ਬਹੁਤ ਮਸਤੀ ਕਰਦਾ ਹੋਵੇ ਜਾਂ ਵੈਸੇ ਤੜਫਦਾ ਹੋਵੇ ਤਾਂ ਉਹਨੂੰ ਕਹਿੰਦੇ ਨੇ ਤੈਨੂੰ ਕੁੱਤੜੀ ਲੜਦੀ ਹੈ। ਇਹ ਮੱਛਰ ਜਦੋਂ ਲੜਦਾ ਹੈ ਨਾ, ਦਰਦ ਕਰਦਾ ਹੈ ਬਹੁਤ। ਇਸ ਦੇ ਕਈ ਨਾਮ, ਹਾਲਾਂਕਿ ਅਸੀਂ ਰਾਜਸਥਾਨ ਵਿੱਚ ਜੰਮੇ, ਇੱਧਰ ਹੀ ਪਲੇ ਹਾਂ, ਸਾਡੇ ਇੱਧਰ ਵੀ ਹੁੰਦਾ ਹੈ, ਪਰ ਸਾਨੂੰ ਨਹੀਂ ਪਤਾ ਵੀ ਇਸ ਪਾਸੇ ਉਸ ਮੱਛਰ ਨੂੰ ਕੀ ਕਿਹਾ ਜਾਂਦਾ ਵੇ, ਇਸ ਨੂੰ ਕੀ ਕਿਹਾ ਜਾਂਦਾ ਹੈ। ਟੀਕਾਕਾਰਾਂ ਨੇ ਵੀ ਬਹੁਤ ਸਾਰੇ ਮੈਂ ਟੀਕੇ ਪੜ੍ਹੇ, ਪਰ ਕੁਝ ਸਮਝ ਨਹੀਂ ਸੀ ਆ ਰਿਹਾ ਵੀ ਇਹ ਕਿਹੜੀ ਚੀਜ਼ ਹੈ, ਕਿਹੜੇ ਜੀਵ ਦਾ ਜ਼ਿਕਰ ਹੈ, ਕੁਛ ਨਹੀਂ ਸੀ ਪਤਾ ਲੱਗਦਾ ਪਿਆ। ਮੇਰੇ ਸੀਨੀਅਰ ਨੇ, ਇੰਜ ਕਹਿ ਲਓ ਕਿ ਰਾਜਸਥਾਨ ਦੀ ਸ਼ਾਨ ਹਨ ਉਹ, ਰਾਜਸਥਾਨ ਦੀ, ਬਲਕਿ ਪੰਥ ਦੀ ਸ਼ਾਨ ਨੇ। ਗਿਆਨੀ ਗੁਰਨਾਮ ਸਿੰਘ ਜੀ ਅੰਬਾਲਵੀ ਕੋਟਾ ਵਾਲੇ, ਗਿਆਨੀ ਹਰੀ ਸਿੰਘ ਜੀ ਰੰਧਾਵੇ ਉਹਨਾਂ ਦੇ ਸ਼ਾਗਿਰਦ ਹਨ, ਬਹੁਤ ਵਿਦਵਾਨ। ਜਿੱਥੇ ਉਹ ਕਥਾਵਾਚਕ ਨੇ ਉੱਥੇ ਉਹ ਲਿਖਾਰੀ ਵੀ ਬਹੁਤ ਅੱਛੇ ਹਨ, ਬ੍ਰਿਜ ਭਾਸ਼ਾ ਦੇ ਕਵੀ ਵੀ ਹਨ, ਬਹੁਤ ਸਾਰੀਆਂ ਉਹਨਾਂ ਨੇ ਪੁਸਤਕਾਂ ਵੀ ਲਿਖ ਦਿੱਤੀਆਂ ਨੇ। ਇਤਿਹਾਸ ਦੇ ਉੱਪਰ ਵੀ ਉਹਨਾਂ ਨੇ ਇਤਿਹਾਸਕ ਸਵਈਏ ਉਹਨਾਂ ਨੇ ਲਿਖੇ ਨੇ, ਸਾਰਾ 10 ਪਾਤਸ਼ਾਹੀਆਂ ਦੇ ਇਤਿਹਾਸ ਸਵਈਆਂ ਦੇ ਵਿੱਚ ਲਿਖਿਆ ਹੋਵੇ। ਕਵੀ ਵੀ ਨੇ, ਸ਼ਾਇਰ ਵੀ ਨੇ, ਔਰ ਕਥਾਵਾਚਕ ਵੀ ਨੇ, ਵੈਦ ਵੀ ਨੇ, ਵੈਦਾਂਤ ਵੀ ਉਹਨਾਂ ਨੇ ਪੜ੍ਹਿਆ ਹੋਇਆ ਹੈ। ਬੜੀਆਂ ਅੱਛੀਆਂ ਅੱਛੀਆਂ ਦਵਾਈਆਂ ਹੀ ਬਣਾ ਲੈਂਦੇ ਹਨ। ਲੇਕਿਨ ਮੇਰੇ ਛੁਪੇ ਰਹਿਣ ਦੀ ਚਾਹ, ਬਸ ਆਪਣੀ ਮੌਜ ਵਿੱਚ ਹੀ ਮਸਤ ਨੇ ਉਹ। ਉਹਨਾਂ ਦੇ ਨਾਲ ਦਾਸ ਰੋਜ਼ ਵਿਚਾਰ ਕਰਦਾ ਹੈ ਕੁਛ ਨਾ ਕੁਛ, ਤਕਰੀਬਨ ਅੱਧਾ ਘੰਟਾ 1 ਘੰਟਾ ਅਸੀਂ ਰੋਜ਼ ਗੱਲ ਕਰਦੇ ਹਾਂ। ਉਹਨਾਂ ਨੂੰ ਮੈਂ ਪੁੱਛਿਆ ਵੀ ਇਹ ਕੀ ਚੀਜ਼ ਹੈ, ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ, ਲੁਕੀ ਕੀ ਆਉਂਦੀ ਹੈ, ਸਾਨੂੰ ਤਾਂ ਨਹੀਂ ਪਤਾ। ਲੱਭਦਿਆਂ ਲੱਭਦਿਆਂ ਵਿਚਾਰ ਕਰਦਿਆਂ ਕਰਦਿਆਂ ਆਖਿਰ ਉਹਨਾਂ ਨੇ ਦੱਸਿਆ ਵੀ ਇਹ ਕੁੱਤਰੀ ਨਹੀਂ, ਕੁੱਤੜੀ ਹੋਣਾ ਚਾਹੀਦਾ, ਅੜਾੜੇ ਦੇ ਨਾਲ ਕੁੱਤੜੀ। ਕਿਉਂਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਨੂੰ ਗੱਤੀ ਲਿਖਿਆ ਹੋਵੇ, ਗੱਤੀ, ਗੱਤੀ ਸ਼ਾਇਦ ਗਲਤ ਛਪ ਗਿਆ ਹੋਵੇ, ਗੁੱਤੀ ਹੋਣਾ ਚਾਹੀਦਾ ਸੀ, ਗੱਗੇ ਪੈਰ ਔਂਕੜ ਹੋਣਾ ਚਾਹੀਦਾ ਸੀ। ਗੁੱਤੀ ਦਾ ਮਤਲਬ ਹੁੰਦਾ ਗੁਪਤ, ਗੁਪਤ ਰਹਿਣ ਵਾਲੀ। ਕੁੱਤੜੀ ਪੰਜਾਬ ਦੇ ਇੱਧਰ ਅਨੰਦਪੁਰ ਸਾਹਿਬ ਦੇ ਇਲਾਕੇ, ਅੰਬਾਲੇ ਦੇ ਇਲਾਕੇ ਦੇ ਵਿੱਚ, ਜੋ ਪਹਾੜਾਂ ਦੇ ਪੈਰ ਵਿੱਚ ਜਿਹੜੇ ਸ਼ਹਿਰ ਵਸੇ ਹੋਏ ਨੇ, ਉੱਥੇ ਆਮ ਕਰਕੇ ਇਸ ਨੂੰ ਕੁੱਤੜੀ ਕਿਹਾ ਜਾਂਦਾ ਹੈ। ਕੁੱਤੜੀ, ਤੈਨੂੰ ਕੁੱਤੜੀ ਲੜਦੀ ਹੈ, ਇਹ ਕਹਾਵਤ ਉਹਨਾਂ ਨੇ ਮੈਨੂੰ ਸੁਣਾਈ ਸੀ। ਇੱਥੋਂ ਹੀ ਸਾਡੀ ਸਮਝ ਵਿੱਚ ਆਇਆ ਕਿ ਇਹ ਕਿਹੜੀ ਚੀਜ਼ ਹੈ, ਕੀ ਚੀਜ਼ ਹੈ। ਬਹੁਤ ਸਾਰੇ ਨਾਮ ਨੇ ਇਸ ਦੇ, ਮੱਛਰ ਵੀ ਕਹਿ ਲੈਂਦੇ ਹਾਂ, ਗੁੱਤੀ ਵੀ ਕਹਿ ਦਿੰਦੇ ਨੇ, ਕੁੱਤੜੀ ਵੀ ਕਹਿ ਦਿੰਦੇ ਨੇ। ਜਿਹੜਾ ਫਰੀਦਕੋਟੀਆਂ ਦਾ ਟੀਕਾ ਹੈ ਉਹਦੇ ਵਿੱਚ ਕੁੱਤੜੀ ਸ਼ਬਦ ਆਇਆ ਅੜਾੜੇ ਦੇ ਨਾਲ। ਸੰਤ ਹਰੀ ਸਿੰਘ ਜੀ ਨੇ ਜੋ ਟੀਕਾ ਕੀਤਾ ਉਹਦੇ ਵਿੱਚ ਕੁੱਤੜੀ ਸ਼ਬਦ ਹੈ ਰਾਰੇ ਦੇ ਨਾਲ। ਸਾਹਿਬ ਸਿੰਘ ਜੀ ਨੇ ਇਸ ਨੂੰ ਗੱਤੀ ਲਿਖਿਆ, ਹਾਲਾਂਕਿ ਉਹ ਗਲਤ ਹੈ, ਗੁੱਤੀ ਹੋਣਾ ਚਾਹੀਦਾ ਸੀ ਉੱਥੇ। ਗੁੱਤੀ ਦਾ ਮਤਲਬ ਗੁਪਤ ਰਹਿਣ ਵਾਲੀ। ਇਹ ਇੱਕ ਛੋਟਾ ਜਿਹਾ ਮੱਛਰ ਹੈ, ਸਰੋਂ ਦੇ ਦਾਣੇ ਜਿਤਨਾ, ਔਰ ਕਿਉਂਕਿ ਇਹ ਬਹੁਤ ਬਾਰੀਕ ਹੈ, ਉੱਪਰੋਂ ਫਿਰ ਕਾਲੇ ਰੰਗ ਦਾ ਹੈ। ਸਾਡੀ ਨਜ਼ਰ ਤੋਂ ਹੀ ਅਗਰ ਸਾਹਮਣਿਓਂ ਵੀ ਇੱਕਦਮ ਨਿਕਲ ਜਾਏ ਤਾਂ ਸਾਨੂੰ ਨਜ਼ਰ ਨਾ ਆਵੇ। ਫਿਰ ਇਹ ਰਹਿੰਦਾ ਵੀ ਅੰਧੇਰੇ ਦੇ ਵਿੱਚ ਹੈ, ਅੰਧੇਰੇ ਵਿੱਚ ਜਿੱਥੇ ਸਿੱਲਣ ਜ਼ਿਆਦਾ ਹੋਵੇ, ਨਮੀ ਜ਼ਿਆਦਾ ਹੋਵੇ, ਜਿੱਥੇ
ਉੱਥੇ ਬਹੁਤ ਪੈਦਾ ਹੁੰਦੀ ਹੈ, ਬਹੁਤ ਜ਼ਿਆਦਾ। ਬਰਸਾਤ ਦੇ ਦਿਨਾਂ ਵਿੱਚ ਕਾਫੀ ਵੇਖਣ ਦੇ ਵਿੱਚ ਆਉਂਦੀ ਹੈ। ਜਦ ਇਹ ਉੱਡਦਾ ਤਾਂ ਇਹਦੇ ਪੰਖਾਂ ਦੀ ਕੋਈ ਆਵਾਜ਼ ਨਹੀਂ ਹੁੰਦੀ ਹੈ, ਨਾ ਇਹਦੇ ਮੂੰਹ ਵਿੱਚੋਂ ਕੋਈ ਆਵਾਜ਼ ਨਿਕਲਦੀ ਹੈ, ਨਾ ਇਹਦੇ ਪੰਖਾਂ ਦੀ। ਜਿਵੇਂ ਮੱਛਰ ਕੰਨ ਕੋਲ ਆਵੇ ਤਾਂ ਆਵਾਜ਼ ਆ ਜਾਂਦੀ ਹੈ ਸਾਨੂੰ ਵੀ ਮੱਛਰ ਬੋਲਦਾ ਪਿਆ ਵੇ, ਲੇਕਿਨ ਇਸ ਦੀ ਕੋਈ ਆਵਾਜ਼ ਨਹੀਂ ਹੁੰਦੀ, ਨਾ ਉੱਡਣ ਦੀ ਤੇ ਨਾ ਇਸ ਦੇ ਮੁਖ ਤੋਂ ਕੋਈ ਆਵਾਜ਼ ਨਿਕਲਦੀ ਹੈ। ਇਹ ਜ਼ਿਆਦਾਤਰ ਜ਼ਖਮਾਂ ਦੇ ਉੱਤੇ ਬਹਿੰਦਾ ਵੇ, ਜਿਵੇਂ ਸਰੀਰ ਤੇ ਚੋਟ ਲੱਗ ਗਈ ਹੈ, ਜ਼ਖਮ ਹੋ ਗਏ ਨੇ, ਉਹਨਾਂ ਜ਼ਖਮਾਂ ਦੇ ਉੱਤੇ ਬਹਿੰਦਾ ਹੈ। ਸਾਡੇ ਬਜ਼ੁਰਗ ਜਦੋਂ ਅਸੀਂ ਛੋਟੇ ਹੁੰਦੇ ਸਾਂ, ਖੇਡਾਂ ਕਰਨੀਆਂ, ਮਸਤੀ ਕਰਨੀ, ਸੱਟਾਂ ਲੱਗ ਜਾਂਦੀਆਂ ਸਨ, ਪੱਟੀਆਂ ਪੁੱਟੀਆਂ ਤਾਂ ਬੰਦੇ ਨਹੀਂ ਸਾਂ। ਜ਼ਖਮਾਂ ਦੇ ਉੱਤੇ 3-3, 4-4, 5-5 ਮੱਛਰ ਇਕੱਠੇ ਬਹਿ ਜਾਂਦੇ, ਬਰੀਕ ਬਿਲਕੁਲ ਛੋਟੇ ਛੋਟੇ। ਤਾਂ ਬਜ਼ੁਰਗਾਂ ਨੇ ਕਹਿਣਾ ਵੀ ਤੂੰ ਪੱਟੀ ਬੰਨ, ਵੇਖ ਮੱਛਰ ਵਿੱਚ ਵੜਦਾ ਪਿਆ ਉਹਦੇ। ਫੋੜਾ ਫਿੰਸੀ ਜਦ ਕਿਸੇ ਬੱਚੇ ਨੂੰ ਹੋ ਜਾਂਦਾ ਸੀ ਨਾ, ਤਾਂ ਉਹਦਾ ਜਿਹੜਾ ਫਿੰਸੀ ਦਾ ਮੂੰਹ ਬਣ ਜਾਂਦਾ ਵੇ, ਟੋਇਆ ਪੈ ਜਾਂਦਾ ਹੈ। ਇਹ ਮੱਛਰ ਉਹਦੇ ਵਿੱਚ ਅੰਦਰ ਵੜ ਕੇ ਬਹਿ ਜਾਂਦਾ ਹੈ, ਕਿਉਂਕਿ ਇਹ ਗੁਪਤ ਰਹਿਣਾ ਪਸੰਦ ਕਰਦਾ ਹੈ, ਆਮ ਸਾਹਮਣੇ ਨਹੀਂ ਦਿਖਾਈ ਦਿੰਦਾ ਹੈ, ਅੰਧੇਰੇ ਵਿੱਚ ਰਹਿਣਾ ਪਸੰਦ ਕਰਦਾ ਹੈ, ਗੁਪਤ ਰਹਿਣਾ ਪਸੰਦ ਕਰਦਾ ਹੈ। ਇਹ ਬੱਚਿਆਂ ਨੂੰ, ਜ਼ਖਮ ਵਾਲਿਆਂ ਨੂੰ, ਜਿਹੜੇ ਜਿਨ੍ਹਾਂ ਦੇ ਜ਼ਖਮ ਖੁੱਲ੍ਹੇ ਹੋਣ, ਉਹਨਾਂ ਨੂੰ ਇਹ ਤੰਗ ਬੜਾ ਕਰਦਾ ਹੈ। ਇਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਕੀਤਾ ਹੈ। ਸ਼ਬਦ ਆਇਆ ਹੈ, ਲੋਕੀ ਸ਼ਬਦ ਸੁਨਾਇਆ। ਲੋਕੀ ਕੁਤੜੀ ਜਾਂ ਗੁੱਤੀ, ਗੁਪਤ ਰਹਿਣ ਵਾਲੀ, ਉਹ ਮੱਛਰ ਜਿਹੜਾ ਗੁਪਤ ਰਹਿੰਦਾ ਹੈ। ਸ਼ਾਇਦ ਆਪਨੇ ਵੀ ਕਦੀ ਇਹ ਵੇਖਿਆ ਹੋਵੇ। ਭਗਤ ਕਬੀਰ ਸਾਹਿਬ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ। ਕੁਤੜੀ ਜੋ ਅੰਧਕਾਰ ਵਿੱਚ ਰਹਿੰਦੀ ਹੈ ਤੇ ਇਹ ਕੱਟਦੀ ਹੈ ਜ਼ਖਮਾਂ ਦੇ ਉੱਤੇ, ਜ਼ਖਮਾਂ ਨੂੰ ਖਾਂਦੀ ਹੈ। ਕਈ ਮਨੁੱਖ ਵੀ ਜਿਹੜੇ ਅੰਧਕਾਰ ਦੇ ਵਿੱਚ ਹੀ ਜੀ ਰਹੇ ਹਨ, ਅੰਧਕਾਰ ਵਿੱਚ ਹੀ, ਜਿਵੇਂ ਮੱਛਰ ਅੰਧਕਾਰ ਵਿੱਚ ਰਹਿਣਾ ਪਸੰਦ ਕਰਦਾ ਹੈ, ਜਿੱਥੇ ਨਮੀ ਹੋਵੇ ਉੱਥੇ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ, ਜ਼ਖਮਾਂ ਦੇ ਉੱਤੇ ਬਹਿੰਦਾ ਹੈ, ਦੂਸਰੇ ਨੂੰ ਤੰਗ ਬੜਾ ਕਰਦਾ ਹੈ, ਇਹਦੀ ਇਹ ਖਾਸੀਅਤ ਹੈ। ਕਈ ਮਨੁੱਖ ਵੀ ਇਸ ਤਰ੍ਹਾਂ ਹੀ ਉਹਨਾਂ ਦੀ ਇਹ ਵਾਦੀ ਪੈ ਜਾਂਦੀ ਹੈ ਕਿ ਅੰਧਕਾਰ ਦੇ ਵਿੱਚ ਹੀ ਰਹਿਣਾ ਤੇ ਦੂਜਿਆਂ ਨੂੰ ਤੰਗ ਕਰਨਾ, ਦੁੱਖ ਦੇਣਾ। ਗੁਰਬਾਣੀ ਕਹਿੰਦੀ ਏ, ਅੰਧਕਾਰ ਸੁਖ ਕਬਹਿ ਨ ਸੋਈ ਹੈ, ਰਾਜਾ ਰੰਕ ਦੋਊ ਮਿਲ ਰੋਈ ਹੈ। ਅੰਧਕਾਰ ਦੇ ਵਿੱਚ ਰਹਿਣ ਵਾਲਾ ਕਦੀ ਵੀ ਸੁਖੀ ਨਹੀਂ ਰਹਿ ਸਕਦਾ ਹੈ, ਕਦੀ ਵੀ ਨਹੀਂ, ਕਿਉਂਕਿ ਅੰਧਕਾਰ ਦੇ ਵਿੱਚ ਸੁੱਖ ਨਹੀਂ ਹੋ ਸਕਦਾ। ਅੰਧੇਰੇ 'ਚ ਕਿਹੜਾ ਸੁੱਖ ਮਿਲਣਾ ਹੈ ਸਾਨੂੰ? ਅੰਧਕਾਰ ਦੇ ਵਿੱਚ ਭਟਕਣਾ ਹੀ ਹੁੰਦਾ ਹੈ। ਕੋਈ ਬੰਦਾ ਅਗਰ ਕੋਈ ਮੰਜ਼ਿਲ ਲੱਭਦਾ ਪਿਆ ਵੇ, ਅੰਧਕਾਰ ਦੇ ਵਿੱਚ ਉਹਦਾ ਚੱਲਣਾ ਨਹੀਂ ਹੋਵੇਗਾ, ਭਟਕਣਾ ਹੋਵੇਗਾ, ਭਟਕਣਾ ਬਿਲਕੁਲ। ਅੰਧਕਾਰ ਦੇ ਵਿੱਚ ਠੋਕਰਾਂ ਨੇ, ਚੱਲਾਂਗੇ ਠੇਡੇ ਠੁੱਡੇ, ਠੋਕਰਾਂ ਪੈਣੀਆਂ ਨੇ। ਜਿੱਥੇ ਠੋਕਰਾਂ ਨੇ ਉੱਥੇ ਦੁੱਖ ਹੀ ਦੁੱਖ ਹੈ, ਜਿੱਥੇ ਦੁੱਖ ਹੈ ਉੱਥੇ ਤੜਪਣਾ ਹੈ, ਸਕੂਨ ਨਹੀਂ ਹੋ ਸਕਦਾ ਹੈ, ਸ਼ਾਂਤੀ ਨਹੀਂ ਹੋ ਸਕਦੀ ਹੈ। ਮੈਂ ਫਿਰ ਦੁਹਰਾ ਦਿਆਂ, ਅੰਧਕਾਰ ਦੇ ਵਿੱਚ ਸੁੱਖ ਨਹੀਂ ਹੈ, ਅੰਧਕਾਰ ਦੇ ਵਿੱਚ ਭਟਕਣਾ ਹੈ, ਮੰਜ਼ਿਲ ਪ੍ਰਾਪਤ ਨਹੀਂ ਹੋ ਸਕਦੀ ਹੈ। ਅੰਧਕਾਰ ਦੇ ਵਿੱਚ ਜਿੱਥੇ ਭਟਕਣਾ ਹੈ ਉੱਥੇ ਠੋਕਰਾਂ ਨੇ, ਜਿੱਥੇ ਠੋਕਰਾਂ ਨੇ ਉੱਥੇ ਦੁੱਖ ਹੈ, ਜਿੱਥੇ ਦੁੱਖ ਹੈ ਉੱਥੇ ਤੜਫਣਾ ਹੀ ਤੜਫਣਾ ਹੈ। ਸਕੂਨ ਮਨੁੱਖ ਨੂੰ ਕਦੀ ਵੀ ਨਹੀਂ ਮਿਲ ਸਕਦਾ ਹੈ। ਭਗਤ
कबीर साहब जी ने कह दिता कि मन रे संसार अंध गहेरा, चौदिस पसरियो है जम जेवरा। हर पासे अंधकार ही अंधकार है, हर पासे ही। तुसी देखो जितने भी अपराध होंदे ने, चोरियां ने, डकैतियां ने, लुट मार है, बेईमानी दे, समगलिंग दे धंधे ने, किसी की इज्जत आबरू लुटनी है, सारे काम अंधकार दे विच ही आउंदे ने। अंधकार। और ये भी मैं अर्ज कर दिया कि अंधकार कोई एक तरह का नहीं होंदा है। वैसे तो ये जितने अपराध ने सारे रात दे अंधेरे विच आउंदे ने। तुसीं देखो जिहड़े शिकारी जीव ने, शेर है, लकड़बग्गा है, लोमड़ी है, होर कई जीव ने, ये ज़्यादातर रात नूं निकलते हैं तो रात नूं ही अपराध करते हैं। दूजे नूं मारना अपराध ही है ना। हालांकि परमेश्वर ने उन्हां दा रिजक इस तरह बनाया वे, रिजक ही इस तरह बनाया वे। चमगिद्दड़ देख लो रात नूं निकलते हैं, उल्लू देख लो रात नूं निकलते हैं, सप बठूए देख लो रात नूं निकलते हैं, क्योंकि इन्हां दे काम अपराधिक प्रवृत्ति दे कहे जा सकते हैं। हालांकि परमेश्वर ने उन्हां दा रिजक इस तरह का बनाया, पर दूजे दा घर लुट लैना, घोंसलियां विचों अंडे बच्चे खा जाने, किसे नूं वैसे मार लैना, किसे नूं चोट पहुँचानी, ये अपराधिक प्रवृत्तियां ही ने ना सारियां। ਜਿਹੜੇ दूसरे जीव ने देखो दिन चढ़दा है, सूरज निकलदा है तो अपने अपने काम धंधिਆਂ ਨੂੰ निकल जाते हैं, क्योंकि उन्हां द्वारा किसी दूजे ਨੂੰ चोट नहीं पहुँचाई जाती है। वनस्पति परमात्मा ने दिती है, वो अपने अपने हिसाब नाल खांदे ने, चुगदे ने, पेट भरदे ने। पर जिन्हां ने दूसरिਆਂ ਦਾ शिकार करना ਹੁੰਦਾ है, वो रात ਦੇ अंधेरे ਦੇ ਵਿੱਚ, सब अंधकार ਵਿੱਚ। भगत कबीर साहब कहते ने मन रे संसार अंध गहेरा, सारा संसार ही अंधकार है, सारा संसार ही। अंधकार कोई एक तरह का नहीं होंदा है। अंधकार एक तो रात का अंधकार है, सूरज डूब गया तो अंधकार ही अंधकार, अंधेरा हो गया वे। ਇਹਦੇ ਵਿੱਚ भी अपराध होंदे ने, जैसे समगलिंग करनी है या किसी नूं लुटना है, किसी नूं मारना है, किसी की इज्जत आबरू लुटनी है, डाके मारने ने, किसी का कतल करना है, किसी नूं वैसे चोट पहुँचानी है, सब रात दे अंधेरे दे विच आउंदे ने। एक अंधकार रात दा अंधकार है, एक अंधकार मन दा अंधकार है, मन दा। एक अंधकार अज्ञानता दा अंधकार है, अज्ञानता दा। चाहे रात दा अंधकार है या मन दा अंधकार है या अज्ञानता दा अंधकार है, होंदे सारियां दे विच अपराध ही ने, सब विच अपराध ही होंदे ने। कई लोग पढ़े लिखे होने तो बावजूद भी, क्योंकि अज्ञानता वसी हुई है अंदर, पड़दा पिया होया अज्ञानता का अपराध कर रहे ने, अज बड़े 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 अपराध करते हैं। मन विच अंधकार है, आदत पै गई अंधकार विच रहन दी, वो अपराध करते हैं, उन्होंने कोई महसूस ही नहीं होता कि असी की करते पे हाँ, असी की कर रहे हाँ। असी जितने भी अपराध होंदे ने, या तो वो रात दे अंधकार करके, या मन दे अंधकार करके, या अज्ञानता दे अंधकार करके, इस सारे अपराध अंधकार विच ही होंदे ने। तां ही बाणी कहंदी है कि अंधकार सुख कबे ना सोई है। अंधकार दे विच कदी भी सुख नहीं हो सकता है। राजा रंक दो मिल रोई है,
ਦੋਵੇਂ ਹੀ ਰੋਣਗੇ, ਚਾਹੇ ਰਾਜਾ ਹੈ ਜਾਂ ਰੰਕ ਹੈ। ਇੰਜ ਕਹਿ ਲਓ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਵਿੱਚ ਆ ਗਏ ਨੇ। ਅਗਰ ਅੰਧਕਾਰ ਹੈ ਤਾਂ ਫਿਰ ਸੁੱਖ ਨਹੀਂ ਹੈ, ਉੱਥੇ ਸੁੱਖ ਨਹੀਂ ਹੈ। ਕਈਆਂ ਨੂੰ ਆਦਤ ਪੈ ਜਾਂਦੀ ਹੈ ਅੰਧਕਾਰ ਦੇ ਵਿੱਚ ਵੀ ਉਹ ਵੇਖਣ ਲੱਗ ਪੈਂਦੇ ਨੇ। ਅੰਧਕਾਰ ਦੇ ਵਿੱਚ ਵੀ ਦੇਖੋ, ਅਸੀਂ ਜਦੋਂ ਲਾਈਟ ਬੰਦ ਹੁੰਦੀ ਹੈ ਨਾ ਇੱਕਦਮ, ਹੁਣ ਅੱਜ ਕੱਲ੍ਹ ਲਾਈਟ ਦਾ ਜ਼ਮਾਨਾ ਹੈ, ਕਈ ਤਰ੍ਹਾਂ ਦੀਆਂ ਲਾਈਟਾਂ, ਬਲਬ, ਚਾਨਣੇ ਦੇ ਸਾਧਨ ਬੜੇ ਆ ਗਏ ਨੇ। ਇੱਕਦਮ ਜਦੋਂ ਲਾਈਟ ਬੰਦ ਹੁੰਦੀ ਹੈ ਨਾ, ਸਾਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ ਹੈ, ਕੁਛ ਵੀ ਨਜ਼ਰ ਨਹੀਂ ਆਏਗਾ। ਲੇਕਿਨ ਜਦੋਂ ਥੋੜ੍ਹੀ ਦੇਰ ਹੋ ਜਾਂਦੀ ਹੈ, 15 ਮਿੰਟ 20 ਮਿੰਟ ਜਾਂ ਅੱਧਾ ਘੰਟਾ ਜਦੋਂ ਬੀਤ ਜਾਂਦਾ ਹੈ, ਲਾਈਟ ਗਈ ਨੂੰ, ਅੰਧੇਰਾ ਹੈ, ਹੁਣ ਤੁਸੀਂ ਦੇਖੋ ਕਿ ਅੱਖਾਂ ਨੂੰ ਹਨੇਰੇ ਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਨਜ਼ਰ ਆਉਣ ਲੱਗ ਪੈਂਦਾ ਵੇ, ਥੋੜ੍ਹਾ ਥੋੜ੍ਹਾ। ਇਸੇ ਤਰ੍ਹਾਂ ਹੀ ਜਿਸ ਬੰਦੇ ਨੂੰ ਅਗਿਆਨਤਾ ਦੇ ਅੰਧਕਾਰ ਦੇ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ, ਉਹਨੂੰ ਨਜ਼ਰ ਆਉਣ ਲੱਗ ਪੈਂਦੇ ਨੇ ਅਪਰਾਧ, ਹੋਰ ਕੁਛ ਨਜ਼ਰ ਨਹੀਂ ਆਉਂਦਾ ਉਹਨੂੰ। ਉਹ ਅੰਧੇਰੇ ਦੇ ਵਿੱਚ ਵੀ ਦੇਖਣ ਲੱਗ ਪੈਂਦਾ ਵੇ, ਲੇਕਿਨ ਨਜ਼ਰ ਉਸ ਨੂੰ ਅਪਰਾਧ ਹੀ ਆਉਂਦੇ ਨੇ ਬਸ। ਜੈਸੇ ਸ਼ੇਰ ਚੀਤ ਨੇ, ਬਾਘ ਹੈ, ਤੇਂਦੂਆ ਹੈ, ਅੰਧੇਰੇ ਵਿੱਚ ਨਜ਼ਰ ਆਉਂਦਾ ਹੈ, ਲੇਕਿਨ ਸ਼ਿਕਾਰ ਹੀ ਨਜ਼ਰ ਆਉਂਦਾ, ਹੋਰ ਕੁਛ ਨਜ਼ਰ ਨਹੀਂ ਆਉਂਦਾ ਹੈ। ਅੰਧਕਾਰ ਕਈ ਤਰ੍ਹਾਂ ਦੇ ਵਿਦਵਾਨਾਂ ਨੇ ਮੰਨੇ ਹਨ, ਇੱਕ ਨਹੀਂ ਹੈ। ਇੱਕ ਤਾਂ ਬਾਹਰ ਦਾ ਅੰਧਕਾਰ ਹੈ, ਸੂਰਜ ਗਰੂਬ ਹੋ ਗਿਆ ਤਾਂ ਅੰਧਕਾਰ ਹੋ ਗਿਆ। ਇੱਕ ਮਨ ਦਾ ਅੰਧਕਾਰ ਹੈ, ਅਗਿਆਨਤਾ ਦਾ ਅੰਧਕਾਰ ਹੈ। ਇਸੇ ਤਰ੍ਹਾਂ ਹੀ ਵਿਦਵਾਨਾਂ ਨੇ 3 ਤਰ੍ਹਾਂ ਦੇ ਅੰਧਕਾਰ ਵੱਡੇ ਮੰਨੇ ਹਨ, 3 ਤਰ੍ਹਾਂ ਦੇ। ਧਾਰਮਿਕ ਅੰਧਕਾਰ, ਧਰਮ ਦੀ ਦੁਨੀਆ ਦੇ ਵਿੱਚ ਅੰਧਕਾਰ, ਧਰਮ ਦੀ ਦੁਨੀਆ ਦਾ। ਤੁਸੀਂ ਆਖੋਗੇ ਇੱਥੇ ਵੀ ਕੋਈ ਅੰਧਕਾਰ ਹੋ ਸਕਦਾ ਹੈ ਧਰਮ ਦੀ ਦੁਨੀਆ ਦੇ ਵਿੱਚ? ਹੁਣ ਦੇਖੋ, ਲੋਕ ਪਰਮਾਤਮਾ ਰੂਪੀ ਮਹਾਂ ਚਾਨਣ ਹੋਣ ਤੋਂ ਬਾਅਦ ਵੀ ਇਤਨਾ ਵੱਡਾ ਪਰਮਾਤਮਾ ਮਹਾਂ ਚਾਨਣ, ਜੋ ਸੂਰਜਾਂ ਦਾ ਵੀ ਮਹਾਂ ਸੂਰਜ ਹੈ, ਉਸ ਪਰਮਾਤਮਾ ਨੂੰ ਛੋੜ ਕੇ, ਰੱਬ ਨੂੰ ਛੋੜ ਕੇ ਲੋਕੀ ਪਤਾ ਨਹੀਂ ਕਿਸ ਕਿਸ ਦੀ ਪੂਜਾ ਕਰਦੇ ਪਏ ਨੇ, ਕਿਸ ਕਿਸ ਨੂੰ। ਹੁਣ ਦੇਖੋ, ਕਈ ਪੱਥਰ ਦੀ ਪੂਜਾ ਕਰਦੇ ਪਏ ਨੇ, ਪੱਥਰਾਂ ਦੀ ਪੂਜਾ, ਤਰ੍ਹਾਂ ਤਰ੍ਹਾਂ ਦੀਆਂ ਮੂਰਤੀਆਂ ਬਣਾ ਦਿੱਤੀਆਂ, ਉਹਨਾਂ ਦੀ ਪੂਜਾ ਹੁੰਦੀ ਪਈ ਹੈ। ਜਿਸ ਪਰਮਾਤਮਾ ਨੇ ਪੱਥਰ ਬਣਾਇਆ ਹੋਵੇ ਜਾਂ ਜਿਸ ਪਰਮਾਤਮਾ ਨੇ ਮੂਰਤੀ ਬਣਾਉਣ ਵਾਲੇ ਨੂੰ ਬਣਾਇਆ ਹੋਵੇ, ਉਹਦੀ ਪੂਜਾ ਨਹੀਂ ਹੈ, ਪੱਥਰ ਦੀ ਪੂਜਾ ਹੈ। ਪੱਥਰ। ਕਈ ਵਨਸਪਤੀ ਦੀ ਪੂਜਾ ਕਰਦੇ ਪਏ ਨੇ, ਜੈਸੇ ਪਿੱਪਲ ਦਾ ਦਰਖਤ ਹੈ, ਬੋੜ ਦਾ ਦਰਖਤ ਹੈ, ਤੁਲਸੀ ਦਾ ਦਰਖਤ ਹੈ, ਆਂਵਲੇ ਦਾ ਦਰਖਤ ਹੈ। ਰਾਜਸਥਾਨ ਵਿੱਚ ਆਂਵਲੇ ਦੀ ਪੂਜਾ ਕਰਦੀਆਂ ਨੇ ਜਨਾਨੀਆਂ। ਦਰਖਤਾਂ ਦੀ ਪੂਜਾ ਹੈ। ਰੱਬ ਨੇ, ਜਿਸ ਨੇ ਪ੍ਰਕਿਰਤੀ ਬਣਾਈ ਹੈ, ਜਿਹਨੇ ਵਨਸਪਤੀ ਬਣਾਈ ਹੈ, ਉਹਦੀ ਪੂਜਾ ਨਹੀਂ ਹੈ, ਦਰਖਤਾਂ ਦੀ ਪੂਜਾ ਹੈ। ਕਈ ਪਸ਼ੂਆਂ ਦੀ ਪੂਜਾ ਕਰਦੇ ਪਏ ਨੇ, ਪਸ਼ੂਆਂ ਦੀ। ਕੋਈ ਕੁੱਤੇ ਦੀ ਪੂਜਾ ਕਰ ਰਹੇ ਹਨ, ਹਾਥੀ ਦੀ ਪੂਜਾ ਕਰ ਰਹੇ ਹਨ, ਬੈਲ ਦੀ ਪੂਜਾ ਹੈ, ਚੂਹੇ ਦੀ ਪੂਜਾ ਹੈ, ਸੱਪ ਦੀ ਪੂਜਾ ਹੈ। ਕਈ ਤਰ੍ਹਾਂ ਦੇ ਜਾਨਵਰਾਂ ਦੀ ਲੋਕੀ ਪੂਜਾ ਕਰਦੇ ਪਏ ਨੇ। ਰੱਬ ਨੂੰ ਛੋੜ ਕੇ ਇਹਨਾਂ ਜੀਵ ਜੰਤੂਆਂ ਦੀ ਲੋਕੀ ਪੂਜਾ ਪਏ ਕਰਦੇ ਹਨ। ਕਈ ਮਨੁੱਖਾਂ ਦੀ ਪੂਜਾ 'ਤੇ ਲੱਗੇ ਹੋਏ ਨੇ, ਮਨੁੱਖਾਂ ਨੂੰ ਮੱਥੇ ਟੇਕਣੇ, ਮਨੁੱਖਾਂ ਦੀ ਪੂਜਾ, ਇਹੀ ਸਾਡਾ ਰੱਬ ਹੈ, ਇਹੀ ਸਭ ਕੁਛ ਹੈ। ਬਸ ਸਾਡੇ ਤਾਂ ਬਾਣੀ ਪੜ੍ਹਨ ਵਾਲੇ ਵੀ कि मानुख की टेक बिरथी सब जान देवन को एके भगवान, ਉਹ ਲੋਕ ਵੀ ਮਨੁੱਖਾਂ ਨੂੰ ਮੱਥੇ ਟੇਕਦੇ ਪਏ ਨੇ। ਉਹ ਲੋਕ ਵੀ
ਮਨੁੱਖ ਕਿਤਨਾ ਅੰਧਕਾਰ ਦੇ ਵਿੱਚ ਹੈ, ਕਿਤਨਾ ਅੰਧਕਾਰ ਵਿੱਚ ਹੈ ਮਨੁੱਖ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸੇ ਮਨੁੱਖ ਦਾ ਰੱਬ ਪੱਥਰ ਹੀ ਹੈ। ਬਸ ਜਿਹੜਾ ਪੱਥਰ ਨੂੰ ਪੂਜਾ ਕਰਦਾ ਪਿਆ ਉਹਦੇ ਵਾਸਤੇ ਪੱਥਰ ਹੀ ਰੱਬ ਹੈ ਨਾ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਪਾਖਾਨ ਗੱਡ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਅਗਰ ਇਹ ਮੂਰਤ ਵਾਕਈ ਪਰਮੇਸ਼ਰ ਦਾ ਰੂਪ ਹੈ ਤਾਂ ਫਿਰ ਜਿਹਨੇ ਘੜਿਆ ਹੋਵੇ, ਜਿਹੜਾ ਉੱਤੇ ਬਹਿ ਕੇ ਪੈਰ ਰੱਖ ਕੇ ਘੜਦਾ ਪਿਆ, ਫਿਰ ਪਹਿਲੇ ਤਾਂ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਨਾ, ਜਿਹਨੇ ਰੱਬ ਦੇ ਉੱਤੇ ਹੀ ਪੈਰ ਰੱਖ ਦਿੱਤਾ। ਤੇ ਜਿਸ ਮਨੁੱਖ ਨੇ ਮੂਰਤੀ ਨੂੰ ਬਣਾਇਆ ਹੋਵੇ, ਉਹ ਮਨੁੱਖ ਤਾਂ ਉਸ ਮੂਰਤੀ ਤੋਂ ਵੀ ਮਹਾਨ ਹੈ ਜਿਹਨੇ ਬਣਾਇਆ ਹੋਵੇ, ਪਰ ਬਣਾਉਣ ਵਾਲੇ ਦੀ ਪੂਜਾ ਨਹੀਂ ਹੈ। ਗੁਰਬਾਣੀ ਕਹਿੰਦੀ ਹੈ, ਛੱਡ ਚਿੱਤਰੇ ਚਿੱਤ ਰਾਖ ਚਿਤੇਰਾ। ਜਿਹਨੇ ਚਿੱਤਰ ਬਣਾਇਆ ਨਾ ਉਹਦੀ ਪੂਜਾ ਕਰ, ਚਿੱਤਰ ਦੀ ਪੂਜਾ ਨਾ ਕਰ, ਜਿਹਨੇ ਚਿੱਤਰ ਬਣਾਇਆ ਹੈ। ਬੜੀਆਂ ਸੁੰਦਰ ਪੰਕਤੀਆਂ ਹਨ ਇੱਕ ਵਿਦਵਾਨ ਦੀਆਂ। ਕਹਿੰਦਾ ਹੈ, ਹਮਾਰੇ ਹੀ ਹਾਥੋਂ ਤਰਾਸੇ ये सनम, आज बुत खाने में खुदा बने बैठे हैं। ਬੰਦੇ ਦੀਆਂ ਬਣਾਈਆਂ ਹੋਈਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਬ ਬਣ ਕੇ ਬੈਠੇ ਹੋਏ ਨੇ। ਬੰਦਾ ਰੱਬ ਨਹੀਂ ਹੈ, ਜਿਹਨੇ ਬਣਾਇਆ ਉਹ ਕੁਛ ਨਹੀਂ ਹੈ। ਜਿਸ ਨੇ ਮਨੁੱਖ ਨੂੰ ਵੀ ਬਣਾਇਆ, ਜਿਹਨੇ ਸਾਰੀ ਕਾਇਨਾਤ ਬਣਾ ਦਿੱਤੀ, ਉਹ ਕੁਛ ਨਹੀਂ ਹੈ। ਮੂਰਤੀ ਦੀ ਪੂਜਾ ਹੈ, ਪੱਥਰਾਂ ਦੀ ਪੂਜਾ ਹੈ। ਕਿਸੇ ਦਾ ਰੱਬ ਪੱਥਰ ਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਮਨੁੱਖ ਕਿਤਨਾ ਅੰਧਕਾਰ ਦੇ ਵਿੱਚ ਹੈ। ਕਿਸੇ ਦਾ ਰੱਬ ਵਨਸਪਤੀ ਹੈ, ਦਰਖਤੀ ਉਹਦੇ ਰੱਬ ਨੇ, ਦਰਖਤਾਂ ਦੀ ਪੂਜਾ ਕਰਦਾ ਪਿਆ ਵੇ। ਕਿਸੇ ਦੇ ਰੱਬ ਪਸ਼ੂ ਹੀ ਨੇ, ਪੰਛੀ ਨੇ, ਬੈਲ ਦੀ ਪੂਜਾ ਕਰਦੇ ਪਏ ਨੇ, ਚੂਹੇ ਦੀ ਪੂਜਾ ਕਰਦੇ ਪਏ ਨੇ, ਸੱਪ ਦੀ ਪੂਜਾ ਕਰਦੇ ਪਏ ਨੇ, ਕੁੱਤਿਆਂ ਦੀ ਪੂਜਾ ਹੈ, ਕਈ ਤਰ੍ਹਾਂ ਦੇ ਜਾਨਵਰਾਂ ਦੀ ਪੂਜਾ ਹੁੰਦੀ ਪਈ ਹੈ। ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਮਨੁੱਖ ਕਿਤਨਾ ਅੰਧਕਾਰ ਦੇ ਵਿੱਚ, ਕਿ ਜੋ ਪਰਮੇਸ਼ਰ ਜਿਹਨੇ ਸਾਰੀ ਦੁਨੀਆ ਨੂੰ ਬਣਾ ਦਿੱਤਾ ਹੈ, ਉਹਨੂੰ ਛੋੜ ਕੇ ਪਸ਼ੂਆਂ ਦੀ ਪੂਜਾ ਕਰਦਾ ਪਿਆ। ਅੰਧਕਾਰ ਹੀ ਹੈ, ਹੋਰ ਕੀ ਹੈ ਫਿਰ। ਇੱਥੋਂ ਹੀ ਅੰਦਾਜ਼ਾ ਲਾ ਲਓ ਬਸ ਕਿ ਕਿਤਨਾ ਮਨੁੱਖ ਅੰਧਕਾਰ ਦੇ ਵਿੱਚ ਹੈ। ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਭਗਤ ਕਬੀਰ ਕਹਿੰਦੇ ਨੇ ਕਿ ਮਨ ਰੇ ਸੰਸਾਰ ਅੰਧ ਗਹਿਰਾ, ਚਹੁ ਦਿਸ ਪਸਰਿਓ ਹੈ ਜਮ ਜੇਵਰਾ। ਐ ਮਨ ਦੇਖ ਸਾਰਾ ਸੰਸਾਰ ਹੀ ਅੰਧਕਾਰ ਹੈ, ਸਾਰਾ ਸੰਸਾਰ। ਫਿਰ ਭਗਤ ਕਬੀਰ ਸਾਹਿਬ ਜੀ ਨੇ ਫਿਰ ਉਹਦੇ ਉਦਾਹਰਣ ਵੀ ਦਿੱਤੇ ਹਨ ਕਿ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ। ਓਇਲੇ ਜਾਰੇ ਓਇਲੇ ਗਾਢੇ, ਤੇਰੀ ਗੱਤ ਦੋਹੂ ਨਾ ਪਾਈ। ਕੋਈ ਬੁੱਤਾਂ ਦੀ ਪੂਜਾ ਕਰਦਾ ਪਿਆ ਵੇ, ਕੋਈ ਸਿਰ ਨਿਵਾ ਕੇ ਪੂਜਾ ਕਰਦਾ ਪਿਆ ਵੇ, ਕੋਈ ਗੱਡਦਾ ਪਿਆ ਵੇ ਤੇ ਕੋਈ ਸੰਸਕਾਰ ਕਰਦਾ ਪਿਆ ਵੇ। ਤੇਰੀ ਗੱਤ ਦੋਹੂ ਨਾ ਪਾਈ। ਪਰਮੇਸ਼ਰ ਦੀ ਗੱਤ ਤਾਂ ਕੋਈ ਵਿਰਲਾ ਹੀ ਪਾਉਂਦਾ ਹੈ, ਕਿਸੇ ਨੂੰ ਅਸਲੀਅਤ ਦਾ ਨਹੀਂ ਪਤਾ ਹੈ। ਕਬਿਤ ਪੜੇ ਪੜ ਪੰਡਤ ਮੂਹ, ਕਬਿਤ ਪੜੇ ਪੜ ਕਬਤਾ ਮੂਏ। ਕੱਪੜ ਕੇ ਦਾਰੇ ਜਾਈ, ਜਟਾ ਤਾਰ ਤਰ ਜੋਗੀ ਮੂਏ। ਤੇਰੀ ਗੱਤ ਇਨਹਿ ਨਾ ਪਾਈ। ਦਰਬ ਸੰਚ ਸੰਚ ਰਾਜੇ ਮੂਏ, ਗੱਡਲੇ ਕੰਚਨ ਭਾਰੀ। ਵੇਦ ਪੜੇ ਪੜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਸਾਰਾ ਸ਼ਬਦ ਹੀ ਇਸ ਤਰ੍ਹਾਂ ਹੀ ਹੈ ਭਗਤ ਕਬੀਰ ਸਾਹਿਬ ਦਾ। ਰਾਮ ਨਾਮ ਬਿਨ ਸਭੇ ਬਿਗੂਤੇ, ਦੇਖੋ ਨਿਰਖ ਵਿਚਾਰੀ। ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਗਤ ਪਰਮੇਸ਼ਰ ਦੀ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿ ਪਰਮੇਸ਼ਰ ਕੀ ਹੈ, ਪੂਜਾ ਕਿਸ ਦੀ ਕਰਨੀ ਹੈ, ਆਰਾਧਨਾ ਕਿਸ ਦੀ ਕਰਨੀ ਹੈ। ਲੋਕੀ ਬਸ ਇਹਨਾਂ ਹੀ ਕਰਮ ਕਾਂਡਾਂ ਦੇ ਵਿੱਚ ਲੱਗੇ ਹਨ। ਮੰਦਰਾਂ ਦੇ ਵਿੱਚ ਦੇਖਿਆ ਜਾਏ ਤਾਂ ਕਿਸੇ ਮੰਦਰਾਂ ਦੇ ਵਿੱਚ ਮਾਂਸ ਚੜ੍ਹਦਾ ਪਿਆ, ਕਿਧਰੇ ਸ਼ਰਾਬ ਚੜ੍ਹਦੀ ਪਈ ਹੈ, ਕਿਧਰੇ ਇਸਤਰੀਆਂ ਨੂੰ ਚੜ੍ਹਾਇਆ ਜਾਂਦਾ ਪਿਆ ਵੇ। ਬੜੀ ਲੰਬੀ ਚੌੜੀ ਵਿਆਖਿਆ ਹੈ, ਸਮਾਂ ਬੜੀ ਤੇਜ਼ੀ ਨਾਲ ਚੱਲਦਾ, ਮੈਂ ਸਾਰੀ ਵਿਆਖਿਆ ਨਹੀਂ ਕਰ ਸਕਦਾ। ਪਰ
ਧਰਮ ਦੇ ਨਾਮ ਤੇ ਵੀ ਇਸ ਤਰ੍ਹਾਂ ਦੇ ਬਹੁਤ ਪਖੰਡ ਚੱਲਦੇ ਪਏ ਹਨ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਧਾਰਮਿਕ ਅੰਧਕਾਰ ਹੈ, ਧਰਮ ਦਾ ਅੰਧਕਾਰ, ਜਿਸ ਵਿੱਚ ਅੰਧਕਾਰ ਹੀ ਅੰਧਕਾਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ, ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਦੂਸਰਾ ਹੈ ਰਾਜਨੀਤਿਕ ਅੰਧਕਾਰ। ਰਾਜਨੀਤੀ ਦੇ ਵਿੱਚ ਅੰਧਕਾਰ, ਗੁਰਬਾਣੀ ਕਹਿੰਦੀ ਏ, ਰਾਜੇ ਸਿਹ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਕਾਓ ਰਤ ਪਿੱਤ ਕੁੱਤੇ ਹੋ ਚਟ ਜਾਓ। ਰਾਜੇ ਸਿਹ ਮੁਕੱਦਮ ਕੁੱਤੇ, ਰਾਜੇ ਜਿਹੜੇ ਨੇ ਉਹ ਸ਼ੇਰ ਬਣੇ ਹੋਏ ਨੇ, ਬਸ ਦੂਜਿਆਂ ਦਾ ਸ਼ਿਕਾਰ ਕਰਨਾ। ਬਾਕੀ ਜਿਹੜੇ ਕਰਮਚਾਰੀ ਹਨ ਉਹ ਕੁੱਤੇ ਬਣੇ ਹੋਏ ਨੇ, ਬਗਿਆੜ ਬਣੇ ਹੋਏ ਨੇ। ਜਾਏ ਜਗਾਇਨ ਬੈਠੇ ਸੁੱਤੇ, ਜਦੋਂ ਕੁੱਤੇ ਬੋਲਦੇ ਨਾ, ਸ਼ੇਰਾਂ ਨੂੰ ਪਤਾ ਲੱਗ ਜਾਂਦਾ ਕੋਈ ਸ਼ਿਕਾਰ ਆ ਗਿਆ ਵੇ। ਸ਼ੇਰ ਸ਼ਿਕਾਰ ਕਰਦਾ, ਮੂਲ ਮਾਂਸ, ਜ਼ਿਆਦਾਤਰ ਮਾਂਸ ਸ਼ੇਰ ਖਾ ਜਾਂਦਾ, ਬਾਕੀ ਜੋ ਬਚਦਾ ਹੈ ਰੱਤ ਪਿੱਤ ਕੁੱਤੇ ਉਹ ਚੱਟ ਜਾਓ, ਬਾਕੀ ਉਹ ਖਾ ਜਾਂਦੇ ਨੇ। ਫਿਰ ਇਹ ਰਾਜਨੀਤੀ ਦੇ ਹਾਲ ਨੇ। ਭਾਈ ਗੁਰਦਾਸ ਵੀ ਕਹਿੰਦੇ ਨੇ ਕਿ ਕੱਲ ਆਈ ਕੁੱਤੇ ਮੋਈ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਜਿਹੜੀ ਵਾੜ ਸੀ ਉਹ ਖੇਤ ਨੂੰ ਖਾਣ ਲੱਗ ਪਈ। ਰਾਜੇ ਮਹਾਰਾਜਿਆਂ ਦਾ ਕੰਮ ਸੀ ਆਪਣੀ ਪ੍ਰਜਾ ਦੀ ਹਿਫਾਜ਼ਤ ਕਰਨਾ, ਪਰ ਉਹੀ ਰਕਸ਼ਕ ਹੀ ਬਖਸ਼ਕ ਬਣ ਗਏ ਹਨ। ਜਿਨ੍ਹਾਂ ਨੇ ਰਕਸ਼ਾ ਕਰਨੀ ਸੀ ਉਹੀ ਬਖਸ਼ਕ ਬਣ ਗਏ ਹਨ। ਪ੍ਰਜਾ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਅੱਜ ਵੀ ਦੇਖ ਲਓ, ਨੇਤਾ ਲੋਕ ਤੁਹਾਡੇ ਕੋਲੋਂ ਕੋਈ ਛੁਪੇ ਤਾਂ ਨਹੀਂ ਹਨ। ਰੋਜ਼ਾਨਾ ਹੀ ਟੀਵੀਆਂ ਵਿੱਚ, ਅਖਬਾਰਾਂ ਵਿੱਚ ਖਬਰਾਂ ਆ ਰਹੀਆਂ ਨੇ, ਪੜ੍ਹਦੇ ਹਾਂ ਅਸੀਂ। ਕਰੋੜਾਂ ਦਾ ਗਬਨ ਕਰ ਜਾਂਦੇ ਹਨ। ਜਿਹੜੇ ਰਕਸ਼ਕ ਸਨ ਉਹੀ ਬਖਸ਼ਕ ਬਣ ਗਏ ਨੇ। ਤੀਸਰਾ ਹੈ ਸਮਾਜਿਕ ਅੰਧਕਾਰ। ਸਮਾਜ ਦੇ ਵਿੱਚ ਅੰਧਕਾਰ। ਸਮਾਜ ਦੇ ਵਿੱਚ ਅੰਧਕਾਰ ਕੀ ਹੈ? ਜੈਸੇ ਜਾਤ ਪਾਤ ਦੇ ਭੇਦ ਭਾਵ, ਬੰਦਾ ਹੀ ਬੰਦੇ ਦਾ ਦੁਸ਼ਮਨ, ਬੰਦਾ ਹੀ ਬੰਦੇ ਦੇ ਸਾਹਮਣੇ ਨਹੀਂ ਖੜਾ ਹੋ ਸਕਦਾ। ਇਹ ਉੱਚੀ ਜਾਤ ਦਾ ਹੈ, ਨੀਵੀਂ ਜਾਤ ਦਾ ਵੇ, ਇਹ ਮੰਦਰ ਵੀ ਜਾ ਸਕਦਾ ਹੈ, ਇਹ ਮੰਦਰ ਵਿੱਚ ਨਹੀਂ ਜਾ ਸਕਦਾ, ਇਹ ਪਾਠ ਸੁਣ ਸਕਦਾ ਹੈ, ਇਹ ਪਾਠ ਨਹੀਂ ਸੁਣ ਸਕਦਾ ਹੈ। ਭੇਦਭਾਵ। ਮੈਂ ਤਾਂ ਹੈਰਾਨ ਹਾਂ, ਇਤਨੇ ਲੋਕ ਪੜ੍ਹ ਲਿਖ ਗਏ ਨੇ, ਅੱਜ ਮਨੁੱਖਤਾ ਪੜ੍ਹ ਲਿਖ ਗਈ ਹੈ, ਫਿਰ ਵੀ ਐਸੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਪੜ੍ਹਨ ਨੂੰ ਮਿਲਦੀਆਂ ਹਨ। ਸ਼ੂਦਰ ਜਾਤ ਦੇ ਲੋਕਾਂ ਨੂੰ ਘੋੜੀ 'ਤੇ ਬਹਿਣ ਦੀ ਇਜਾਜ਼ਤ ਨਹੀਂ ਹੈ। ਚਲਦੀ ਬਰਾਤ ਦੇ ਵਿੱਚ ਲਾੜੇ ਨੂੰ ਘੋੜੀ ਤੋਂ ਉਤਾਰ ਦਿੱਤਾ ਜਾਂਦਾ ਹੈ, ਜੁੱਤੀਆਂ ਮਾਰੀਆਂ ਜਾਂਦੀਆਂ ਹਨ। ਜਾਤ ਪਾਤ ਦਾ ਭੇਦਭਾਵ ਮੈਂ ਬਹੁਤਾ ਖੁਲਾਸਾ ਨਹੀਂ ਕਰ ਸਕਦਾ ਹਾਂ। ਔਰ ਸਮਾਜ ਦੇ ਵਿੱਚ ਇਸਤਰੀ ਦੀ ਦੁਰਦਸ਼ਾ, ਜਿਹੜਾ ਸਭ ਤੋਂ ਵੱਡਾ ਅੰਧਕਾਰ ਸੀ, ਇਸਤਰੀ ਦੀ ਦੁਰਦਸ਼ਾ। ਜੈਸੇ ਪਰਦਾ ਪ੍ਰਥਾ, ਪਰਦਿਆਂ ਦੇ ਵਿੱਚ ਇਸਤਰੀਆਂ ਨੂੰ ਰੱਖਿਆ ਜਾਂਦਾ ਸੀ, ਹੁਣ ਵੀ ਹੈ, ਅਜੇ ਵੀ ਕੋਈ ਖਤਮ ਨਹੀਂ ਹੋ ਗਿਆ ਸਿਲਸਿਲਾ। ਦਹੇਜ ਪ੍ਰਥਾ, ਦਹੇਜ ਪਿੱਛੇ ਘਰੋਂ ਕੱਢ ਦੇਣਾ, ਮਾਰ ਦੇਣਾ, ਅੱਜ ਵੀ ਐਸੇ ਕੇਸ ਵੇਖਣ ਵਿੱਚ ਆ ਰਹੇ ਹਨ, ਹੁਣ ਵੀ। ਫਿਰ ਸਤੀ ਪ੍ਰਥਾ, ਪਤੀ ਦੇ ਮਰਨ ਤੋਂ ਬਾਅਦ ਇਸਤਰੀ ਨੂੰ ਉਹਦੇ ਨਾਲ ਹੀ ਸਾੜ ਦਿੱਤਾ ਜਾਂਦਾ ਸੀ, ਉਹਦੇ ਨਾਲ ਹੀ। ਗੁਰੂ ਅਮਰਦਾਸ ਮਹਾਰਾਜ ਨੇ ਸਾਰੀਆਂ ਜੋ ਕੁਪ੍ਰਥਾ ਸਮਾਜ ਦੇ ਵਿੱਚ ਪ੍ਰਚਲਿਤ ਸਨ, ਗੁਰੂ ਅਮਰਦਾਸ ਮਹਾਰਾਜ ਨੇ ਆਵਾਜ਼ ਉਠਾਈ ਔਰ ਉਹਨਾਂ ਨੂੰ ਬੰਦ ਕਰਵਾਇਆ ਸੀ। ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਅੰਧਕਾਰ। ਅੰਧਕਾਰ ਕਈ ਤਰ੍ਹਾਂ ਦੇ, ਤਾਂ ਹੀ ਕਬੀਰ ਸਾਹਿਬ ਨੇ ਕਿਹਾ ਕਿ ਮਨ ਰੇ ਸੰਸਾਰ ਅੰਧ ਗਹਿਰਾ। ਮਨ
सारा संसार ही अंधकार विच है, चाहे वो धार्मिक क्षेत्र है या राजनीतिक क्षेत्र है या समाजिक क्षेत्र है। अंधकार ही अंधकार पसरिया होया है। तो गुरु अंगद देव जी महाराज कहते हैं कि जैसो चंदा उगवे सूरज चढ़े हजार, एते चानण हुंदियां गुर बिन कोर अंधार। भावें 100 चंद्रमा उग जान, सूरज उग जान, कितना ही चानना हो जावे। अज देखो कितनियां लाइटां आ गई ने, तरह तरह दी लाइटां बना लिया ने, बड़ी तरक्की साइंस ने की है। चानना अज हर जगह ते चानना हो चुका है, लेकिन फिर भी दुनिया अंधकार दे विच ही जी रही है। फिर भी अपराध तो होर वध गए ने, किहड़ा घट गए ने अपराध। गुरु बिन घोर अंधार, गुरु तो बिना तो अंधकार ही अंधकार है। गुरु बिन घोर अंधार, गुरु बिन समझ ना आवे, गुरु बिन सुरत न सिद्ध, गुरु बिन समझ ना पावे। गुरु तो बिना तो कुछ है ही नहीं है। भगत कबीर साहब जी दे जो पावन पंक्तियां हैं, भगत कबीर कहते हैं कि बंस को पूत ब्याहन चलिया, सोने मंडप छाए, रूप कन्या सुंदर बेदी, सस्से सिंह गुण गाए। बंस को पूत, गुरु दी शरण विच आके जो गुरु दी संगत करके जो चंगी बंस दा बन गया है, वो ब्याहन चलिया है, ब्याहन वास्ते चलिया है। किनू ब्याहन चलिया आवे? रूप कन्या सुंदर बेदी, भगती रूप जिहड़ी सुंदर कन्या है उसनू ब्याहन चलिया है। सोने मंडप छाए, फिर सोने दे मंडप उत्थे छाए पे हैं। मन की गल कर रहे हैं कि जब मन भगती रूप कामण नू, इस्त्री नू जिस वक्त विआह लैंदा है, गुरु अर्जन देव जी महाराज ने भी कहा कि निज भगती सिलवंती नार। ये भगती जिहड़ी है ये इस्त्री है, इनू इस्त्री मन्निया गया भगती नू। इस नाल जदों विआहिया जांदा है, भाव भगती दी जदों प्राप्ति हो जाती है, तो फिर भगत कबीर साहब कहते हैं कि कहत कबीर सुनो रे संतों, कीटी पर्वत खाया। जिस वक्त मन ने भगती रूप इस्त्री नू प्राप्त कर लिया, तो फिर मन दे विचों जो अहंकार रूप पर्वत सी, वो कीटी पर्वत खाया। निम्रता रूप कीड़ी ने अहंकार रूप पर्वत नू हुण खा लिया है, मिटा दिता है। जैसे बाबा फरीद भी कहते हैं कि फरीदा मन मैदान कर, टोए टिब्बे लाह, अगे मूल न आवसी, दोजक संदीपा। मन विच अहंकार दा पहाड़ सी बहुत वड्डा, निम्रता रूप कीड़ी ने उसनू खा लिया। जद अंदरों हंकार मिट गया तो कछुआ कहे अंगार पी लोरों। मन का जो कछुआ रूप सुभाव सी, जो हर वक्त पानी दे विच सी, ठंड दे विच सी, ਉਹ ਹੁਣ ਕਹਿੰਦਾ है कि परमेश्वर दी गोद रूपी निग ਹੁਣ मैनू चाहिदा वे। परमेश्वर दा ਉਹਦੀ गोद रूपी निग, परमेश्वर दे चरनां दा निग ਹੁਣ मैनू चाहिदा वे। कछुआ कहे अंगार, अंगार कहंदे ने अंगारे, गर्म अंगारे। निग, निग चाहिदा ਹੁਣ। किहदा निग चाहिदा? परमेश्वर दे चरनां दा ਹੁਣ, परमेश्वर दी गोद दा। तो जदों परमेश्वर दी गोद दा निग प्राप्त हो गया ना, तो लूकी शब्द सुनाया। लूकी मच्छर जिहदी आवाज़ नहीं होंदी है बिल्कुल भी, जो लुकिया होया है, वो जिहड़ा मन दा लूकी वर्गा, कुतड़ी वर्गा सुभाव सी, अंधकार दे विच रहण दा, जिहदी कोई आवाज़ नहीं सी होंदी, जो लोकां नूं दुख देण तो सिवाय होर कोई काम नहीं सी करदा। जदों परमेश्वर दे चरण रूपी निग दी प्राप्ति हो गई, तो लूकी शब्द सुनाया। हुण जिहड़ी अज्ञानता दा अंधकार सी अंदर, वो हुण अंदर महा चानण बन गया है।
तो जद अंदर चानन हो गया तो फिर लोकी शब्द सुनाया। फिर हुण लोकां नूं शब्द सुना सुना के आप तां जागृत हो ही गया वे, हुण दूजिਆਂ नूं भी जागृत करन दा काम करदा पिया वे। लोकी शब्द सुनाया। जिवें कई गुरमुख प्यारे जदों नाम जपदियां जपदियां परम अवस्था नूं प्राप्त हो जांदे ने, फिर वो दूसरिਆਂ नूं भी आप मुकत मुकत करे संसार, आप जपे अवरह नाम जपावे। आप भी सिमरन करते हैं, दूजिਆਂ नूं भी सिमरन करांदे। आप भी परमेश्वर के गुणां तो सरसब्ज होंदे ने ते दुनिया नूं भी परमेश्वर के गुण दस के उन्हां नूं भी जोड़न दा यतन करते हैं। ज्यों अंधकार दीपक प्रगास, गुरदर्शन देख मन होए विगास। हुण तां परम आनंद की प्राप्ति हो गई है। ते ये अंधकार दूर किवें होएगा? सतगुर शब्द उजारो दीपा, बिनस्यो अंधकार ते मंदर, रतन कोठड़ी खुली अनूपा। इस शब्द का दीपक अंदर जग गया है। अंधकार में रतन प्रगास्यो, मलीन बुद्ध हछनई। जदों गुरु दे शब्द रूपी अंदर चानन हो गया ना, तो जो मलीन बुद्ध सी, अंधकार विच रहन वाली, दूजिਆਂ नूं दुख देण वाली, वो हुण मलीन बुद्ध दूर हो गई है। अंदर परम प्रकाश हो गया है, परम चानना हो गया है अंदर। गुरु अर्जन देव जी महाराज कहने कि त्रिणंग ता मेरंग, सहकंग ता हरियंग, बुढ़ंग ता तरियंग, ऊणंग ता परियंग। अंधकार कोय सूर कोट सूर उजारंग, अंधकार कोट सूर उजारंग। करोड़ों सूरजां दा अंदर चानना हो जाता है जद बंदा शब्द दे नाल जुड़ जाता है। भगती दी जिस वक्त प्राप्ति हो जाती है। बनवंत नानक हर गुर दयारंग, हे गुरु दयार करो, मेहर करो, बख्शिश करो। एक छोटी जी गाथा कह के मैं समाप्ति कर देना। पति पत्नी बड़े चिर बाद अपने घर विच आए हैं। घर जद पहुँचे तो अंधेरा बहुत सी, घर दे अंदर बड़ा अंधेरा सी। सोची पै गई भी हुण इस नूं किवें बाहर कढीए असीं, ये बाहर किवें निकलेगा। पहले उसने डांटिया अंधेरे नूं भी तू निकल बाहर, ये साडा घर है, बाहर निकल। जद गल ना बनी तो फिर गालां कड्ढण लग पिया भी तू साडे घर क्यों वड़ गया है, बाहर निकल। गालां नाल भी जदों अंधेरा नहीं निकलिया तो फिर डांग चुक लई भी चलो इनू मार कुट के घरों बाहर कढीए। डांगां भी चलाइयां, फिर भी अंधेरा नहीं गया है। तलवार चुक लिया है, चलो इनू कट ही देने हुण, फना कर दईए इसनूं। तलवार भी चलाई पर अंधेरा फिर भी नहीं निकलिया है। घर वाली कहती है चलो मैं झाड़ू मार के इसनूं बाहर कढ़ देनी है। जदों झाड़ू मारिया तां भी अंधेरा बाहर नहीं निकलिया। थक हार के दोनों अपने घर दे बाहर आके तरोण लग पए। कोई संत महापुरुष निकल रहे सन, उन्होंने पूछा भी क्यों रोंदे पे हो, गल की है। ये दोनों पति पत्नी कहने साडे घर अंधेरा वड़ गया, निकलदा नहीं पिया। गालां भी कड्डियां ने, डांगा मारियां, तलवार चलाई है, झाड़ू नाल भी बाहर कड्ढण दी कोशिश कीती है पर निकलिया नहीं है। की करिए असीं, अंधेरा बड़ा है अंदर। उन्होंने संतां ने आख्या बस दीपक जला लो अंदर जाके। ज्यों दीवा जगाया तो अंधकार दूर हो गया है, सिर्फ दीवा जगाण दे नाल। 50 साल का, 100 साल का, 200 साल का भी अगर अंधकार होवे, 1 मिनट दे विच अंधकार नूं दूर किया जा सकता है। बस दीवा जगा दिओ, अंधकार दूर हो जाता है। असी भावें 6 महीने अपने घरों बाहर रहीए, बटन दबाण दी देर है, लाइट जल गई है तो अंधेरा दूर हो जाना वे। जन्मां जन्मांतरां दा भावें साडे अंदर अंधेरा है, गुरु दे शब्द दा दीपक जगाण दी देर है। सतगुरु शब्द उजारो दीपा, बिनस्यो अंधकार ते मंदर, रतन कोठड़ी
खुली अनूपा, अंदर जो रत्ना की कोठड़ी भरी पई है वो सारी खुल के साढ़े सामने आ जाती है। महाराज सच्चे पातशाह जी किरपा करन, बख्शिश करन। जो प्रकरण असी आरंभ कीता सी, करतूत पशु की मानस जात, लोक पचारा करे दिन रात। क्यों गुरु ग्रंथ साहब दे विच जीव जंतुओं के नाम आए हैं, ये प्रकरण दास ने आरंभ कीता सी। तकरीबन कोई 58 जीव जंतुओं के, पशु पंछियों के नाम गुरु ग्रंथ साहब विच आए हैं, जिन्हां दी अज मुकम्मल विचार सतगुरां ने अपनी मेहर दा सदका करवा ली है। कल एक धन्नवाद रूप सारी संगतां दा थोड़े विचार होर आप जी के सन्मुख रखांगे। आप कथा सागर ते जो कथा सुन रहे हो उसनू लाइक करो, फॉलो करो। यूट्यूब ते सारी कथा मौजूद है, उत्थे भी आप सरवण कर सकते हो। बाकी विचार कल आप जी के सन्मुख। भुल्लां चुकां दी क्षमा। सारियां दा धन्नवाद। वाहिगुरू जी का खालसा, वाहिगुरू जी की फतेह।